ਨਜ਼ਰਸਾਨੀ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਆ ਕਮਲਜੀਤ ਸਿੱਧੂ। ਅੰਮ੍ਰਿਤਪਾਲ ਸਿੰਘ ਹੋਰਾਂ ਦੀ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਆ। ਸਰਬੱਤ ਖਾਲਸਾ ਵੀ 13 ਅਪ੍ਰੈਲ ਵਿਸਾਖੀ ਵਾਲੇ ਦਿਨ ਸੱਦਣ ਦੀ ਗੱਲ ਸਾਹਮਣੇ ਆਈ ਆ। ਸੋਸ਼ਲ ਮੀਡੀਆ ਉੱਤੇ ਮੀਡੀਆ ਵਿੱਚ ਵੀ ਚਰਚਾ ਛਿੜੀ ਹੋਈ ਆ ਕਿ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਜਿਹੜੀ ਵਾਇਰਲ ਵੀਡੀਓ ਹੋਈ ਉਹਦੇ ਵਿੱਚ ਕਿਹਾ ਆ ਕਿ ਸਰਬੱਤ ਖਾਲਸਾ ਸੱਦੋ। ਕੀ ਹੈ ਸਰਬੱਤ ਖਾਲਸਾ? ਕਿ ਵਾਕਿਆ ਹੀ ਜਥੇਦਾਰ ਅਕਾਲ ਤਖਤ ਸਾਹਿਬ ਵਿਸਾਖੀ ਦੇ ਉੱਤੇ ਸਰਬੱਤ ਖਾਲਸਾ ਸੱਦਣਗੇ? ਆਓ ਇਸ ਦੇ ਉੱਤੇ ਗੱਲਬਾਤ ਕਰਦੇ ਹਾਂ। ਤਾਂ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ, ਜਿਨ੍ਹਾਂ ਦਾ ਅੱਜ ਕੱਲ੍ਹ ਪੂਰੇ ਦੇਸ਼ ਨਹੀਂ ਪੂਰੇ ਸੰਸਾਰ ਭਰ ਦੇ ਵਿੱਚ ਮੁੱਦਾ ਭਖਿਆ ਹੋਇਆ ਆ, ਤਾਂ ਉਹਨਾਂ ਨੇ ਕਾਫੀ ਦਿਨਾਂ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਆ ਕੇ ਇੱਕ ਵੀਡੀਓ ਵਾਇਰਲ ਕੀਤੀ। ਪਹਿਲੀ ਵੀਡੀਓ ਵਿੱਚ ਉਹ ਗੱਲ ਕਰਦੇ ਆ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਸੰਬੋਧਨ ਕਰਦਿਆਂ ਹੋਇਆ ਕਿ ਇਸ ਵਿਸਾਖੀ ਦੇ ਉੱਤੇ ਜਦੋਂ ਕਿ ਖਾਲਸਾ ਸਾਜਨਾ ਦਾ ਦਿਹਾੜਾ ਹੁੰਦਾ, ਉਸ ਦੇ ਉੱਤੇ ਸਰਬੱਤ ਖਾਲਸਾ ਸੱਦਿਆ ਜਾਵੇ। ਸਰਬੱਤ ਖਾਲਸਾ ਬੁਲਾਉਣ ਦੀ ਗੱਲ ਕੀਤੀ ਹੈ। ਤਾਂ ਸਰਬੱਤ ਖਾਲਸੇ ਦੇ ਬਾਰੇ ਕਿਸ ਤਰੀਕੇ ਦਾ ਇਹ ਉਹ ਨਜ਼ਰੀਆ ਹੁੰਦਾ ਆ ਕਿ ਬੁਲਾਇਆ ਕਿਉਂ ਜਾਂਦਾ ਆ? ਇਹਦੇ ਵਿੱਚ ਕੀ ਇਹੋ ਜਿਹੇ ਪੱਖ ਹੁੰਦੇ ਆ, ਕੀ ਕਾਰਨ ਹੁੰਦੇ ਆ? ਕਿਉਂਕਿ ਇਹ ਸਰਬੱਤ ਖਾਲਸਾ ਪੂਰੇ ਵਿਸ਼ਵ ਦੇ ਵਿੱਚ, ਪੂਰੇ ਸੰਸਾਰ ਦੇ ਵਿੱਚ ਸਿਰਫ ਸਿੱਖ ਕੌਮ ਹੀ ਬੁਲਾਉਂਦੀ ਆ। ਪੂਰੀ ਦੁਨੀਆ ਦੀ ਕਿਸੇ ਕੌਮ ਦੇ ਵਿੱਚ ਸਰਬੱਤ ਖਾਲਸਾ ਨਹੀਂ ਸੱਦਿਆ ਜਾਂਦਾ। ਸਰਬੱਤ ਖਾਲਸਾ ਦਸ਼ਮੇਸ਼ ਪਿਤਾ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਖਾਲਸੇ ਵੱਲੋਂ ਬੁਲਾਇਆ ਗਿਆ ਸੀਗਾ। ਉਸ ਵੇਲੇ ਤੋਂ ਹੀ ਇਹ ਜਿਹੜੀ ਰੀਤ ਆ ਚੱਲੀ ਆਉਂਦੀ ਆ, ਜਿਸ ਦੇ ਵਿੱਚ ਸਿੱਖਾਂ ਦੇ ਜਿੰਨੇ ਦਲ ਸੀ, ਸਿੱਖਾਂ ਦੀਆਂ ਜਿੰਨੀਆਂ ਮਿਸਲਾਂ ਸੀ ਉਸ ਜ਼ਮਾਨੇ ਦੇ ਵਿੱਚ ਸੀ, ਉਹ ਇੱਕ ਜਗ੍ਹਾ ਦੇ ਉੱਤੇ ਇਕੱਤਰ ਹੋ ਕੇ ਖਾਲਸਾ ਪੰਥ ਉੱਤੇ ਕੋਈ ਵੀ ਮਸਲਾ ਆਉਂਦਾ ਸੀ, ਕੋਈ ਵੀ ਭੀੜ ਪੈਂਦੀ ਸੀ, ਤੇ ਉਹਦੇ ਵਾਸਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਸੀਗਾ। ਸਰਬੱਤ ਦਾ ਅਰਥ ਹੈ ਸਭ, ਅਤੇ ਸ਼ਾਬਦਿਕ ਤੌਰ ਤੇ ਸਰਬੱਤ ਖਾਲਸਾ ਸਿੱਖਾਂ ਦੇ ਸਾਰੇ ਧੜਿਆਂ ਖਾਲਸਾ ਦਾ ਇਕੱਠ ਹੈ, ਤੇ ਸਿੱਖਾਂ ਦੇ ਸਰਬੱਤ ਖਾਲਸਾ ਵਿਚਾਰ ਵਟਾਂਦਰੇ ਦਾ ਇਹ ਜਿਹੜੀ ਸ਼ੁਰੂਆਤ ਸੀ 18ਵੀਂ ਸਦੀ ਦੇ ਵਿੱਚ ਸ਼ੁਰੂ ਹੋਈ ਆ। ਜਦੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮੈਂ ਜ਼ਿਕਰ ਕੀਤਾ ਹੈ ਕਿ ਜਦੋਂ ਉਹ ਜੋਤੀ ਜੋਤ ਸਮਾਏ, ਉਸ ਤੋਂ ਬਾਅਦ ਸਿੱਖ ਮਿਸਲਾਂ ਵੱਲੋਂ ਮੁਗਲਾਂ ਖਿਲਾਫ ਸੰਘਰਸ਼ ਜਾਰੀ ਸੀ, ਤੇ ਉਸ ਸਮੇਂ ਸਿੱਖ ਮਿਸਲਾਂ ਜਿਹੜੀਆਂ ਸੀਗੀਆਂ, ਫੌਜੀ ਯੂਨਿਟਾਂ ਜਿਹੜੀਆਂ ਸੀਗੀਆਂ ਨੇ ਕੰਮ ਲਈ ਬਹੁਤ ਮਹੱਤਵ ਵਾਲੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਮੁੱਦਿਆਂ ਦੇ ਉੱਤੇ ਵਿਚਾਰ ਵਟਾਂਦਰਾ ਕਰਨ ਲਈ ਸਰਬੱਤ ਖਾਲਸਾ ਸੱਦਣਾ ਸ਼ੁਰੂ ਕਰ ਦਿੱਤਾ। ਤੇ ਇਹ ਜਿਹੜਾ ਪੰਚਾਂ 'ਚ ਪਰਮੇਸ਼ਰ ਵਾਲੀ ਗੱਲ ਵੀ ਆ, ਇਹ ਵੀ ਇਹਦੇ ਵਿੱਚ ਆਉਂਦੀ ਆ, ਕਿਉਂਕਿ ਮਹਾਰਾਜ ਦੀ ਬਾਣੀ ਦੇ ਵਿੱਚ ਵੀ ਜੋ ਪੰਚ ਪ੍ਰਧਾਨ ਵਾਲੀ ਗੱਲ ਆਉਂਦੀ ਆ, ਉਸ ਮੁਤਾਬਕ ਵੀ ਸਰਬੱਤ ਖਾਲਸਾ ਦਾ ਇਹ ਸੀਗਾ ਕਿ ਸਾਰੇ ਰਲ ਮਿਲ ਕੇ ਜਿਹੜੇ ਸਿੱਖ ਜਥੇਬੰਦੀਆਂ ਆ, ਉਹ ਰਲ ਮਿਲ ਕੇ ਜੋ ਫੈਸਲਾ ਕਰਨਗੀਆਂ ਉਹ ਖਾਲਸਾ ਕੌਮ ਨੂੰ ਪ੍ਰਵਾਨ ਹੋਊਗਾ, ਸਿੱਖ ਕੌਮ ਨੂੰ ਪ੍ਰਵਾਨ ਹੋਊਗਾ। ਇਸ ਕਰਕੇ ਜੋ ਅਹਿਦ ਵੀ ਲਿਆ ਜਾਂਦਾ ਸੀ ਉਹ ਇਸ ਮੁਤਾਬਕ ਲਿਆ ਜਾਂਦਾ ਸੀ। ਤਾਂ ਇਹ ਜਿਹੜੇ ਇਕੱਠ ਸੀਗਾ, ਇਹ ਵਿਸਾਖੀ ਤੇ ਦੀਵਾਲੀ ਦੇ ਮੌਕੇ 'ਤੇ ਸਾਲ ਵਿੱਚ 2 ਵਾਰੀ ਕਰਾਇਆ ਜਾਂਦਾ ਸੀ। ਇਸ ਸਰਬੱਤ ਖਾਲਸਾ ਵਿੱਚ ਸਾਰੇ ਸਿੱਖਾਂ ਨੂੰ ਨਿਰਦੇਸ਼ ਜਾਰੀ ਕਰਨ ਦੀ ਸ਼ਕਤੀ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਥਾਪਿਆ ਗਿਆ, ਤੇ ਮਨੁੱਖੀ ਰੂਪ ਵਿੱਚ ਗੁਰੂ ਦੀ ਪਰੰਪਰਾ ਖਤਮ ਹੋਣ ਤੋਂ ਬਾਅਦ ਸਰਬੱਤ ਖਾਲਸਾ ਸਿੱਖਾਂ ਦੀ ਪਹਿਲੀ ਸੰਸਥਾ ਸੀ ਜੋ ਮਿਸਲਾਂ ਦੇ ਅੰਦਰੂਨੀ ਕਲੇਸ਼ਾਂ ਤੇ ਹੋਰ ਮਸਲੇ ਸੁਲਝਾਉਣ ਵਿੱਚ ਬਹੁਤ ਪ੍ਰਭਾਵਸ਼ਾਲੀ ਵੀ ਸਾਬਤ ਹੋਈ ਹੈ। ਤਾਂ ਸਰਬੱਤ ਖਾਲਸਾ ਸਿੱਖ ਕੌਮ ਨਾਲ ਸੰਬੰਧਿਤ ਵਿਸ਼ਿਆਂ 'ਤੇ ਵਿਚਾਰ ਕਰਨ ਲਈ ਸਾਲ ਵਿੱਚ, ਮੈਂ ਫਿਰ ਜ਼ਿਕਰ ਕਰ ਲਾਂ ਕਿ ਜਿਹੜੇ ਨਹੀਂ ਜਾਣਦੇ, ਕਿ 2 ਵਾਰੀ ਬੁਲਾਇਆ ਜਾਂਦਾ ਸੀਗਾ। ਦੀਵਾਲੀ ਅਤੇ ਵਿਸਾਖੀ ਦੇ ਮੌਕੇ ਸਰਬੱਤ ਖਾਲਸੇ ਦਾ ਸਮਾਗਮ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਿਖੇ ਬੁਲਾਇਆ ਜਾਂਦਾ ਸੀਗਾ। ਸਾਰੇ ਜਿਹੜੇ ਸਿੱਖ ਸੀਗੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮੱਥਾ ਟੇਕ ਕੇ ਬੈਠ ਜਾਂਦੇ ਸਨ, ਤੇ ਇਸ ਤੋਂ ਬਾਅਦ ਗੁਰਬਾਣੀ ਦਾ ਕੀਰਤਨ ਹੁੰਦਾ ਸੀ, ਫਿਰ ਅਰਦਾਸ ਕੀਤੀ ਜਾਂਦੀ ਸੀ। ਇਸ ਤੋਂ ਬਾਅਦ ਕੋਈ ਇੱਕ ਸਿੱਖ ਖੜਾ ਹੋ ਕੇ ਸੰਬੰਧਿਤ ਸਮੱਸਿਆ ਬਾਰੇ ਸਰਬੱਤ ਖਾਲਸਾ ਨੂੰ ਜਾਣਕਾਰੀ ਦਿੰਦਾ ਸੀਗਾ। ਇਸ ਸਮੱਸਿਆ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਹਰ ਮਸੰਦ ਅਤੇ ਇਸਤਰੀ ਨੂੰ ਪੂਰੀ ਖੁੱਲ੍ਹ ਹੁੰਦੀ ਸੀ। ਕੋਈ ਵੀ ਨਿਰਣਾ ਜਿਹੜਾ ਸੀਗਾ ਉਹ ਸਰਬਸੰਮਤੀ ਨਾਲ ਉਸ ਵੇਲੇ ਲਿਆ ਜਾਂਦਾ ਸੀਗਾ। ਤੇ ਇੱਕ ਪਾਸੇ ਸਰਬੱਤ ਖਾਲਸਾ ਸੀ, ਫਿਰ ਇਹ ਤੇ ਗੁਰਮਤਾ ਹੁੰਦਾ ਸੀ। ਇਹ ਵੀ ਮੈਂ ਤੁਹਾਨੂੰ ਦੱਸ ਦੇਣਾ ਚਾਹੂੰਗਾ। ਤਾਂ ਗੁਰਮਤਾ ਜਿਹੜਾ ਸੀ ਸਿੱਖ ਮਿਸਲਾਂ ਦੀ ਕੇਂਦਰੀ ਸੰਸਥਾ ਸੀ। ਗੁਰਮਤਾ ਪੰਜਾਬੀ ਦੇ 2 ਸ਼ਬਦਾਂ ਗੁਰੂ ਅਤੇ ਮਤਾ ਦੇ ਮੇਲ ਤੋਂ ਬਣਿਆ ਹੋਇਆ, ਜਿਹਦੇ ਸ਼ਬਦੀ ਅਰਥ ਆ ਗੁਰੂ ਦਾ ਮਤ ਜਾਂ ਫੈਸਲਾ। ਦੂਜੇ ਸ਼ਬਦਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਰਬੱਤ ਖਾਲਸਾ ਦੁਆਰਾ ਜਿਹੜੇ ਫੈਸਲੇ ਪ੍ਰਵਾਨ ਕੀਤੇ ਜਾਂਦੇ ਸਨ ਉਹਨਾਂ ਨੂੰ ਗੁਰਮਤਾ ਕਿਹਾ ਜਾਂਦਾ ਸੀ। ਇਹਨਾਂ ਗੁਰਮਤਿਆਂ ਦੀ ਸਾਰੇ ਸਿੱਖਾਂ ਦੇ ਵਿੱਚ ਬੜੇ ਸਤਿਕਾਰ ਨਾਲ ਜਿਹੜੀ ਆ ਪਾਲਣਾ ਹੁੰਦੀ ਸੀ।
ਤੇ ਗੁਰਮਤਾ ਦੇ ਕੁਝ ਮਹੱਤਵਪੂਰਨ ਕਾਰਜ ਇਹ ਸਨ ਕਿ ਦਲ ਖਾਲਸਾ ਦੇ ਆਗੂ ਦੀ ਇਹ ਚੋਣ ਕਰਦਾ ਸੀ, ਸਿੱਖਾਂ ਦੀ ਵਿਸ਼ੇਸ਼ ਨੀਤੀ ਤਿਆਰ ਕਰਦੇ ਸੀਗੇ, ਸਾਂਝੇ ਦੁਸ਼ਮਣਾਂ ਵਿਰੁੱਧ ਸੈਨਿਕ ਕਾਰਵਾਈ ਕਰਨ ਲਈ ਯੋਜਨਾਵਾਂ ਨੂੰ ਅੰਤਮ ਰੂਪ ਦੇਣ, ਸਿੱਖ ਸਰਦਾਰਾਂ ਦੇ ਆਪਸੀ ਝਗੜਿਆਂ ਦਾ ਨਿਪਟਾਰਾ ਕਰਨ ਅਤੇ ਸਿੱਖ ਕੌਮ ਦੇ ਪ੍ਰਚਾਰ ਦੇ ਲਈ, ਧਰਮ ਦੇ ਪ੍ਰਚਾਰ ਲਈ ਪ੍ਰਬੰਧ ਕਰਨਾ ਹੁੰਦਾ ਸੀਗਾ। 18ਵੀਂ ਸਦੀ ਦੀ ਆਪਾਂ ਗੱਲ ਲੈ ਲੈਂਦੇ ਹਾਂ, ਜਦੋਂ ਸਿੱਖਾਂ ਨੂੰ ਜੰਗਲਾਂ 'ਚ ਵਾਸਾ ਕਰਨ ਲਈ ਮਜਬੂਰ ਹੋਣਾ ਪੈਂਦਾ ਸੀ ਤਾਂ ਗੁਰੂ ਸਾਹਿਬਾਂ ਦੇ ਸਮੇਂ ਤੋਂ ਹੀ ਗੁਰੂ ਦਰਬਾਰ ਵਿੱਚ ਚੱਲੇ ਆ ਰਹੇ ਛਮਾਹੀ ਇਕੱਠਾਂ ਵਾਲੇ ਸਮੇਂ ਅਰਥਾਤ ਦੀਵਾਲੀ ਅਤੇ ਵਿਸਾਖੀ ਦੇ ਮੌਕੇ ਸਮੇਂ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਦੇ ਵਿਚਕਾਰਲੇ ਮੈਦਾਨ ਵਿੱਚ ਵੱਖ-ਵੱਖ ਜਥਿਆਂ ਦੇ ਮੁਖੀਆਂ ਦੀ ਇਕੱਤਰਤਾ ਵਿੱਚ ਸਾਂਝੇ ਪੰਥਕ ਮਸਲੇ ਵਿਚਾਰੇ ਜਾਂਦੇ ਸਨ। ਉਸ ਇਕੱਠ ਵਿੱਚ ਪੁਰਾਣੇ ਮਤਭੇਦਾਂ ਦੇ ਮਸਲਿਆਂ ਨੂੰ ਸਰਬਸੰਮਤੀ ਨਾਲ ਨਜਿੱਠਣ ਉਪਰੰਤ ਪੰਥ ਦਾ ਭਵਿੱਖੀ ਜਿਹੜਾ ਪ੍ਰੋਗਰਾਮ ਸੀਗਾ ਉਹ ਵੀ ਤੈਅ ਕੀਤਾ ਜਾਂਦਾ ਹੁੰਦਾ ਸੀਗਾ। ਤਾਂ ਸਰਬੱਤ ਖਾਲਸਾ ਜੋ ਸੀਗਾ, ਖਾਲਸਾ ਪੰਥ ਦੀ ਅੰਮ੍ਰਿਤਸਰ ਪੰਜਾਬ ਵਿੱਚ ਕੀਤੀ ਜਾਂਦੀ ਇਹ ਵੱਡੀ ਮੀਟਿੰਗ ਸੀਗੀ। ਸਰਬੱਤ ਸ਼ਾਇਦ ਇੱਕ ਸੰਸਕ੍ਰਿਤ ਮੂਲ ਵਾਲਾ ਪੰਜਾਬੀ ਸ਼ਬਦ ਹੈ। ਇਸ ਦੇ ਸ਼ਾਬਦਿਕ ਅਰਥਾਂ ਵਿੱਚ ਇਸ ਤੋਂ ਪੂਰਾ ਭਾਵ ਜਿਹੜਾ ਸੀ ਉਹ ਖਾਲਸਾ ਪੰਥ ਸੀ, ਪਰ ਇੱਕ ਸਿਆਸੀ ਸੰਘ ਵਜੋਂ ਇਹ ਦਲ ਖਾਲਸਾ। ਪਾਠ ਦੂਸਰਾ, ਸਿੱਖ ਮਿਸਲਾਂ ਅਤੇ ਸਿੱਖ ਸਲਤਨਤ ਦੀ ਆਪਸ ਵਿੱਚ ਮੀਟਿੰਗ ਹੁੰਦੀ ਸੀ। ਪਹਿਲੀ ਵਾਰ ਸਰਬੱਤ ਖਾਲਸਾ ਸ਼ਬਦ ਦੀ ਵਰਤੋਂ 10ਵੇਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੀਤੀ ਗਈ ਸੀ ਤੇ ਉਹਨਾਂ ਤੋਂ ਬਾਅਦ ਇਹ ਸ਼ਬਦ ਲਗਾਤਾਰ ਵਰਤੋਂ ਵਿੱਚ ਆਉਂਦਾ ਰਿਹਾ। ਸਰਬੱਤ ਖਾਲਸਾ ਦੀ ਆਖਰੀ ਮੀਟਿੰਗ ਜਿਹੜੀ ਸੀ 1986 ਵਿੱਚ ਖਾਲਿਸਤਾਨ ਅੰਦੋਲਨ ਸਮੇਂ ਅੰਮ੍ਰਿਤਸਰ ਵਿੱਚ ਅਕਾਲ ਤਖ਼ਤ ਸਾਹਿਬ ਦੇ ਬਾਹਰ ਕੀਤੀ ਗਈ ਸੀ। ਤੇ ਇਸ ਤੋਂ ਪਹਿਲਾਂ ਜੇ ਆਪਾਂ ਜ਼ਿਕਰ ਕਰ ਲਈਏ ਕਿ ਜਿਹੜਾ ਵੱਡਾ ਸਰਬੱਤ ਖਾਲਸਾ ਹੋਇਆ ਸੀ ਉਹ 1761 ਦੇ ਦਿਨ ਸਰਬੱਤ ਖਾਲਸੇ ਦਾ ਇਕੱਠ ਅਕਾਲ ਤਖ਼ਤ ਸਾਹਿਬ ਦੇ ਉੱਤੇ ਹੋਇਆ ਸੀ। ਇਹ ਦੋ ਇਕੱਠ ਵੱਡੇ ਜਿਹੜੇ ਆ ਹੋਏ ਸੀਗੇ। ਤਾਂ ਜਿਹੜਾ ਪਹਿਲਾ ਇਕੱਠ ਸੀਗਾ 1761 ਵਾਲਾ, ਇਸ ਇਕੱਠ ਵਿੱਚ ਗੁਰਮਤਾ ਕੀਤਾ ਗਿਆ ਸੀ ਕਿ ਜੰਡਿਆਲੇ ਦੇ ਹੰਧਾਲੀਏ ਆਕਲਦਾਸ ਤੇ ਹਰ ਭਗਤ ਨਰੰਜਣੀਆਂ ਜੋ ਮੁਗਲਾਂ ਅਤੇ ਅਫਗਾਨਾਂ ਦਾ ਸਭ ਤੋਂ ਵੱਡਾ ਏਜੰਟ ਸੀ, ਕਿਉਂਕਿ ਉਹ ਸਿੱਖਾਂ ਨੂੰ ਫੜਵਾ ਕੇ ਉਹਨਾਂ ਦੇ ਪੈਸੇ ਵੱਟਦਾ ਸੀਗਾ, ਮੁਗਲਾਂ ਕੋਲੋਂ ਪੈਸੇ ਲੈਂਦਾ ਸੀਗਾ ਤੇ ਉਸ ਦੀ ਇਸ ਹਰਾਮਜ਼ਾਦਗੀ ਦੀ ਵਜ੍ਹਾ ਕਰਕੇ ਫਿਰ ਸਰਬੱਤ ਖਾਲਸਾ ਸੱਦਿਆ ਗਿਆ ਸੀ ਕਿ ਇਹਨਾਂ ਨੂੰ ਸੋਧਣਾ ਕਿਵੇਂ ਆ। ਇਹ ਵੱਡੀ ਗੱਲ ਸੀ ਉਸ ਵੇਲੇ। ਤਾਂ ਕਸੂਰ ਦੇ ਪੇਸ਼ਗੀ ਅਤੇ ਮਲੇਰ ਕੋਟੀਆ ਦੋਵੇਂ ਸਿੱਖ ਦੁਸ਼ਮਣ ਪਠਾਨ ਰਿਆਸਤਾਂ ਸੀਗੀਆਂ ਤੇ ਸਰਹੰਦ ਦੇ ਜੈਨ ਖਾਨ ਯਾਨੀ ਕਿ ਅਹਿਮਦ ਸ਼ਾਹ ਦੇ ਸੂਬੇਦਾਰ ਅਤੇ ਹੋਰ ਦੁਸ਼ਮਣਾਂ ਨੂੰ ਸੋਧਣ ਵਾਸਤੇ ਹੀ ਉਦੋਂ ਜਿਹੜਾ ਸਰਬੱਤ ਖਾਲਸਾ ਸੱਦਿਆ ਗਿਆ ਸੀ। ਫਿਰ ਜਦੋਂ ਸਾਰੇ ਪੰਜਾਬ ਉੱਤੇ ਸਿੱਖਾਂ ਦਾ ਕਬਜ਼ਾ ਹੋ ਗਿਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਜੁਲਾਈ 1799 ਵਿੱਚ ਭੰਗੀ ਸਰਦਾਰਾਂ ਪਾਸੋਂ ਲਾਹੌਰ ਖੋਲ੍ਹਿਆ ਤੇ ਸਤਲੁਜੋਂ ਪੱਛਮ ਵੱਲ ਦੇ ਤਕਰੀਬਨ ਸਾਰੇ ਪੰਜਾਬ ਜੋ ਚੀਨ ਦੀ ਸਰਹੱਦ ਤੋਂ ਲੈ ਕੇ ਸਿੰਧ ਦੀ ਸਰਹੱਦ ਅਤੇ ਸਤਲੁਜ ਤੋਂ ਲੈ ਕੇ ਦਰਰਾ ਖੈਬਰ ਤੱਕ ਦੀ ਧਰਤੀ ਉੱਪਰੇ ਆਪਣੀ ਸ਼ਕਤੀ ਨਾਲ ਕਬਜ਼ਾ ਕਰ ਲਿਆ। ਤਾਂ ਫਿਰ 1808 ਵਿੱਚ ਉਸ ਨੇ ਇਸ ਸਰਬੱਤ ਖਾਲਸੇ ਦੀ ਜਿਹੜੀ ਪਰੰਪਰਾ ਸੀਗੀ ਉਹ ਇੱਕ ਤਰ੍ਹਾਂ ਬੰਦ ਹੀ ਕਰਤੀ ਸੀ, ਕਿਉਂਕਿ ਉਹ ਤੋਂ ਬਾਅਦ ਜਿਹੜਾ ਸਰਬੱਤ ਖਾਲਸਾ ਸੀਗਾ ਉਹ ਸੱਦਿਆ ਹੀ ਨਹੀਂ ਗਿਆ ਸੀਗਾ। ਉਦੋਂ ਦਾ ਬੰਦ ਹੋਇਆ ਇਹ ਸਰਬੱਤ ਖਾਲਸਾ। ਫਿਰ ਅਗਸਤ 1984 ਵਿੱਚ ਇੰਦਰਾ ਦੀ ਹਮਾਇਤ ਉੱਤੇ ਸਰਦਾਰ ਬੂਟਾ ਸਿੰਘ ਜੋ ਕਿ ਉਸ ਸਮੇਂ ਹਿੰਦੁਸਤਾਨ ਦੀ ਸਰਕਾਰ ਵਿੱਚ ਇੱਕ ਪ੍ਰਮੁੱਖ ਵਜ਼ੀਰ ਸੀ ਤੇ ਨਿਹੰਗ ਮੁਖੀ ਭਾਈ ਸੰਤਾ ਸਿੰਘ ਨੂੰ ਅੱਗੇ ਲਾ ਕੇ ਉਸਦੇ ਕਬਜ਼ੇ ਵਾਲੇ ਸਥਾਨ ਸ਼੍ਰੀ ਅੰਮ੍ਰਿਤਸਰ ਵਿੱਚ ਸਥਿਤ ਬੁਰਜ ਬਾਬਾ ਫੂਲਾ ਸਿੰਘ ਅਕਾਲੀ ਵਿੱਚ ਸਰਬੱਤ ਖਾਲਸੇ ਦੇ ਨਾਂ ਤੇ ਸਰਕਾਰੀ ਪਿੱਠੂ ਸਿੱਖਾਂ ਦਾ ਤੇ ਗੈਰ ਸਿੱਖਾਂ ਨੂੰ ਕੇਸਰੀ ਪੱਗਾਂ ਬਣਵਾ ਕੇ ਸਰਬੱਤ ਖਾਲਸਾ ਦੇ ਨਾਂ ਦੇ ਉੱਤੇ ਇੱਕ ਇਕੱਠ ਕੀਤਾ ਗਿਆ। ਸਰਕਾਰੀ ਵਸੀਲੇ ਰਾਹੀਂ ਦੂਰ ਦਰਾਡਿਓਂ ਬੰਦੇ ਸੱਦ ਕੇ ਇਸ ਇਕੱਠ ਵਾਸਤੇ ਭੀੜ ਇਕੱਠੀ ਕੀਤੀ ਗਈ। ਉਸ ਵਿੱਚ ਪੰਥ ਦੀ ਵਿਰੋਧਤਾ ਦੇ ਬਾਵਜੂਦ ਢਾਏ ਗਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮੁੜ ਉਸਾਰੀ ਦਾ ਫੈਸਲਾ ਭਾਈ ਸੰਤਾ ਸਿੰਘ ਦੀ ਅਗਵਾਈ ਵਿੱਚ ਕਰਨ ਦਾ ਕੀਤਾ ਗਿਆ। ਇਸ ਤਰ੍ਹਾਂ ਇਹ 1808 ਦੀ ਬੰਦ ਹੋਈ ਜਿਹੜੀ ਪਰੰਪਰਾ ਮਹਾਰਾਜਾ ਰਣਜੀਤ ਸਿੰਘ ਰਾਜਕਾਲ ਵੇਲੇ ਦੀ ਸੀਗੀ। ਉਸ ਤੋਂ ਬਾਅਦ ਪੌਣੇ 2 ਸਦੀਆਂ ਪਿੱਛੋਂ ਹਿੰਦੁਸਤਾਨ ਦੀ ਸਰਕਾਰ ਵੱਲੋਂ ਸਿੱਖਾਂ ਨੂੰ ਧੋਖਾ ਦੇਣ ਲਈ ਮੁੜ ਚਾਲੂ ਕੀਤੀ ਗਈ। 19ਵੀਂ ਸਦੀ ਦੇ ਪਹਿਲੇ ਅੱਧ ਵਿੱਚ ਸਿੱਖਾਂ ਦੇ ਸਭ ਤੋਂ ਪੁਰਾਣੇ ਇਤਿਹਾਸ ਦੇ ਵਿੱਚ ਇੱਕ ਲਿਖਣ ਵਾਲੇ ਇਤਿਹਾਸਕਾਰ ਹੈਨਰੀ ਪ੍ਰਿੰਸਿਪ ਨੇ ਲਿਖਿਆ ਆ ਕਿ ਆਜ਼ਾਦੀ ਦੀ ਆਪਣੀ ਦ੍ਰਿੜ ਭਾਵਨਾ ਹੋਣ ਦੇ ਬਾਵਜੂਦ ਵੀ ਸਾਰੀਆਂ ਸਿੱਖ ਮਿਸਲਾਂ ਬਿਨਾਂ ਕਿਸੇ ਟਕਰਾਅ ਦੇ ਸਰਬੱਤ ਖਾਲਸਾ ਬੁਲਾ ਕੇ ਇਕੱਠੇ ਬੈਠਦੀਆਂ ਸਨ। 1716 ਵਿੱਚ ਮੁਗਲਾਂ ਵੱਲੋਂ ਖਾਲਸਾ ਫੌਜ ਦੇ ਮੁਖੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤੇ ਜਾਣ ਮਗਰੋਂ
ਸਿੱਖਾਂ ਨੇ ਇੱਕ ਗੁਰੀਲਾ ਯੁੱਧ ਸ਼ੁਰੂ ਕੀਤਾ ਜਿਸ ਨੇ ਰਾਜ ਨੂੰ ਕਾਫੀ ਨੁਕਸਾਨ ਪਹੁੰਚਾਇਆ ਸੀਗਾ। ਸਿੱਖਾਂ ਦੇ ਹਮਲੇ ਨੂੰ ਰੋਕਣ ਲਈ ਲਾਹੌਰ ਦੇ ਮੁਗਲ ਗਵਰਨਰ ਜ਼ਕਰੀਆ ਖਾਨ ਨੇ ਉਹਨਾਂ ਨੂੰ ਨਵਾਬ ਦੀ ਉਪਾਧੀ ਦੀ ਪੇਸ਼ਕਸ਼ ਕੀਤੀ ਸੀ। ਸਿੱਖਾਂ ਵਿੱਚ ਇਸ ਪੇਸ਼ਕਸ਼ ਨੂੰ ਸਵੀਕਾਰ ਕਰਨ ਦਾ ਵਿਰੋਧ ਹੋਇਆ ਤੇ ਸਰਬੱਤ ਖਾਲਸੇ ਵਿੱਚ ਇਸ ਮੁੱਦੇ ਨੂੰ ਵਿਚਾਰਿਆ ਗਿਆ ਕਿ ਇਹ ਜਿਹੜੀ ਉਪਾਧੀ ਹੈ ਉਹ ਬਾਬਾ ਜੀ ਲੈਣ ਜਾਂ ਨਾ ਲੈਣ। ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਇਸ ਪੇਸ਼ਕਸ਼ ਨੂੰ ਸਵੀਕਾਰ ਕਰਨ ਦਾ ਫੈਸਲਾ ਕੀਤਾ ਗਿਆ। ਹਾਲਾਂਕਿ ਜ਼ਕਰੀਆ ਖਾਨ ਵੱਲੋਂ ਦਿੱਤੀ ਇਸ ਪੇਸ਼ਕਸ਼ ਨੂੰ ਚੋਟੀ ਦੀ ਲੀਡਰਸ਼ਿਪ ਵਿੱਚੋਂ ਕਿਸੇ ਵੀ ਇੱਕ ਆਗੂ ਲਈ ਸਵੀਕਾਰ ਕਰਨ ਦੀ ਬਜਾਏ ਸੇਵਾ ਕਰ ਰਹੇ ਸਰਦਾਰ ਕਪੂਰ ਸਿੰਘ ਨਾਮ ਦੇ ਇੱਕ ਸਧਾਰਨ ਸਿੱਖ ਨੂੰ ਇਹ ਖਿਤਾਬ ਲੈਣ ਲਈ ਕਿਹਾ ਗਿਆ। ਅਜਿਹਾ ਕਰਨ ਦਾ ਮਕਸਦ ਜ਼ਕਰੀਆ ਖਾਨ ਨੂੰ ਇਹ ਸੁਨੇਹਾ ਦੇਣਾ ਸੀ ਕਿ ਸਿੱਖਾਂ ਲਈ ਨਵਾਬ ਦਾ ਖਿਤਾਬ ਵੀ ਕੋਈ ਮਾਣੇ ਨਹੀਂ ਰੱਖਦਾ ਗਾ। ਇਸ ਤਰ੍ਹਾਂ ਉਹਨਾਂ ਨੂੰ ਇੱਕ ਸਧਾਰਨ ਸਿੱਖ ਜਿਹੜੇ ਸਰਦਾਰ ਕਪੂਰ ਸਿੰਘ ਸੀ, ਜਿਹੜੇ ਗੁਰੂ ਸਾਹਿਬ ਦੇ ਜਿਹੜੇ ਸਿੱਖਾਂ ਦੇ ਜਿਹੜੇ ਅਸਤਬਲ ਸੀਗੇ ਉਹਦੇ ਘੋੜਿਆਂ ਦੀ ਲਿੱਦ ਸਾਫ਼ ਕਰਦੇ ਹੁੰਦੇ ਸੀਗੇ, ਤੇ ਉਹ ਕਪੂਰ ਸਿੰਘ ਨੂੰ ਨਵਾਬ ਦੀ ਜਿਹੜੀ ਆ ਉਹ ਉਪਾਧੀ ਦੇ ਨਾਲ ਨਵਾਜਿਆ ਗਿਆ ਸੀਗਾ। ਨਵਾਬ ਕਪੂਰ ਸਿੰਘ ਨੇ ਕੌਮ ਦੇ ਵਿੱਚ ਇੱਕ ਬਹੁਤ ਹੀ ਕਾਬਲ ਫਿਰ ਉਹ ਆਗੂ ਸਾਬਤ ਹੋਏ ਜਿਨ੍ਹਾਂ ਨੇ ਵੱਖ-ਵੱਖ ਸਿੱਖ ਫੌਜਾਂ ਨੂੰ ਦਲ ਖਾਲਸਾ ਵਿੱਚ ਸ਼ਾਮਲ ਕੀਤਾ ਤੇ ਇਸ ਤੋਂ ਬਾਅਦ ਸਰਬੱਤ ਖਾਲਸਾ ਵੱਲੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਦਲ ਖਾਲਸੇ ਦੀ ਅਗਵਾਈ ਕਰਨ ਲਈ ਨਿਯੁਕਤ ਕੀਤਾ ਗਿਆ। ਮਹਾਰਾਜਾ ਰਣਜੀਤ ਸਿੰਘ ਨੇ 1799 ਵਿੱਚ ਸਿੱਖ ਰਾਜ ਦੀ ਸਥਾਪਨਾ ਤੇ ਜਿੱਥੇ ਸਿੱਖ ਮਿਸਲਾਂ ਦੇ ਦੌਰ ਦਾ ਅੰਤ ਕਰ ਦਿੱਤਾ, ਉੱਥੇ ਹੀ ਸਰਬੱਤ ਖਾਲਸਾ ਦੀ ਸੰਸਥਾ ਦੀ ਮੁੱਢਲੀ ਲੋੜ ਦਾ ਵੀ ਜਿਹੜੀ ਸੀ ਉਹ ਖਤਮ ਹੋ ਗਈ। ਇਹ ਉਸ ਦੌਰ ਦੀ ਸ਼ੁਰੂਆਤ ਵੀ ਸੀ ਜਿਸ ਵਿੱਚ ਸਿੱਖਾਂ ਨੇ ਪਹਿਲੀ ਵਾਰ ਆਜ਼ਾਦੀ ਦਾ ਅਹਿਸਾਸ ਕੀਤਾ ਤੇ ਇਸ ਦੌਰ ਵਿੱਚ ਸਿੱਖਾਂ ਦੇ ਬਹੁਤ ਸਾਰੇ ਜਿਹੜੇ ਮਸਲੇ ਸੀਗੇ ਉਹ ਹੱਲ ਹੋਏ ਸੀਗੇ। ਹੁਣ 20ਵੀਂ ਸਦੀ ਵਿੱਚ ਗੱਲ ਕਰ ਲੈਂਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਨੇ ਸਰਬੱਤ ਖਾਲਸਾ ਵਰਗੀ ਸੰਸਥਾ ਦੀ ਲੋੜ ਨੂੰ ਹੋਰ ਘਟਾ ਦਿੱਤਾ। ਪਿਛਲੇ ਸਾਲਾਂ ਦੌਰਾਨ ਸ਼੍ਰੋਮਣੀ ਕਮੇਟੀ ਦੀ ਤਰਫੋਂ ਫੈਸਲੇ ਲੈਣ ਲਈ ਇੱਕ ਸੁਚੱਜੀ ਵਿਧੀ ਜਿਹੜੀ ਆ ਉਹ ਸਥਾਪਿਤ ਕੀਤੀ ਗਈ ਆ। ਹੁਣ ਕੁਝ ਅਪਵਾਦ ਦੀ ਗੱਲ ਕਰਦੇ ਆ ਕਿ 1920 ਦੇ ਵਿੱਚ ਸਰਬੱਤ ਖਾਲਸਾ ਗੁਰਦੁਆਰਿਆਂ ਦੇ ਨਿਯੰਤਰਣ ਵਾਸਤੇ ਵਿਚਾਰ ਵਟਾਂਦਰੇ ਲਈ ਬੁਲਾਇਆ ਗਿਆ ਤੇ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਦਾ ਜਨਮ ਹੋਇਆ। 1984 ਵਿੱਚ ਹਰਿਮੰਦਰ ਸਾਹਿਬ ਵਿਖੇ ਫੌਜੀ ਕਾਰਵਾਈ ਤੋਂ ਬਾਅਦ ਕੁਝ ਪ੍ਰਬੰਧਕਾਂ ਨੇ ਜਿਹੜਾ ਸਰਬੱਤ ਖਾਲਸਾ ਬੁਲਾਇਆ ਸੀ, ਪਰ ਸ਼੍ਰੋਮਣੀ ਕਮੇਟੀ ਸਮੇਤ ਪ੍ਰਮੁੱਖ ਸਿੱਖ ਸੰਸਥਾਵਾਂ ਇਸ ਦਾ ਹਿੱਸਾ ਨਹੀਂ ਸਨ। ਇਹਨਾਂ ਇਕੱਠਾਂ ਵਿੱਚ ਸਭ ਤੋਂ ਜਿਹੜਾ ਮਹੱਤਵਪੂਰਨ ਇਕੱਠ ਸੀਗਾ 26 ਜਨਵਰੀ 1986 ਨੂੰ ਬੁਲਾਇਆ ਗਿਆ ਸੀ, ਜਦੋਂ ਕੱਟੜਪੰਥੀ ਸਿੱਖਾਂ ਨੇ ਸਾਕਾ ਨੀਲਾ ਤਾਰਾ ਵਿੱਚ ਨੁਕਸਾਨੇ ਗਏ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕਾਰ ਸੇਵਾ ਬਾਰੇ ਵਿਚਾਰ ਕਰਨ ਦੀ ਮੰਗ ਕੀਤੀ ਸੀ ਤੇ ਉਸ ਸਾਲ ਬਾਅਦ ਵਿੱਚ ਸਿੱਖ ਸੰਘਰਸ਼ ਦੇ ਭਵਿੱਖ ਬਾਰੇ ਫੈਸਲਾ ਕਰਨ ਲਈ ਬਣਾਈ ਗਈ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਸੱਦਾ ਦਿੱਤਾ ਸੀ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਵਿਰੋਧ ਕਰਨ ਵਾਲੀਆਂ ਸਿੱਖ ਜਥੇਬੰਦੀਆਂ ਨੇ 10 ਨਵੰਬਰ 2015 ਨੂੰ ਸਰਬੱਤ ਖਾਲਸਾ ਬੁਲਾਇਆ ਸੀ। ਸ਼੍ਰੀ ਅਕਾਲ ਤਖਤ ਸਾਹਿਬ ਤਖਤ ਸ਼੍ਰੀ ਦਮਦਮਾ ਸਾਹਿਬ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਨੂੰ ਹਟਾਉਣ ਅਤੇ ਹੋਰ ਸਮਾਂਤਰ ਜਥੇਦਾਰ ਨਿਯੁਕਤ ਕਰਨ ਲਈ ਮਤੇ ਪਾਸ ਕੀਤੇ ਗਏ ਸਨ। ਇਸ ਸਰਬੱਤ ਖਾਲਸਾ ਨੇ ਪੰਜਾਬ ਦੀ ਸਿਆਸਤ ਨੂੰ ਕਈ ਤਰੀਕਿਆਂ ਦੇ ਨਾਲ ਪ੍ਰਭਾਵਿਤ ਕੀਤਾ ਤੇ ਹੁਣ ਇੱਕ ਵਾਰੀ ਫਿਰ ਸਰਬੱਤ ਖਾਲਸਾ ਬੁਲਾਉਣ ਦੀ ਜਿਹੜੀ ਆ ਮੰਗ ਉੱਠੀ ਹੋਈ ਹੈ, ਕਿਉਂਕਿ ਉਹਦੇ ਵਿੱਚ ਕਈ ਕਾਰਨ ਜਿਹੜੇ ਆ ਉੱਭਰ ਕੇ ਨਜ਼ਰ ਆਉਂਦੇ ਪਏ ਨੇ। ਜਿਸ ਤਰੀਕੇ ਅੰਮ੍ਰਿਤਪਾਲ ਸਿੰਘ ਹੋਰਾਂ ਦੀਆਂ ਜਿੰਨੀਆਂ ਸਟੇਟਮੈਂਟਾਂ ਹੁਣ ਤੱਕ ਉਹਨਾਂ ਦਿੱਤੀਆਂ ਨੇ ਉਹਨਾਂ ਨੂੰ ਵੇਖ ਲਿਆ ਜਾਵੇ, ਜਿਵੇਂ ਉਹ ਕਹਿੰਦੇ ਆ ਕਿ ਸਿੱਖਾਂ ਨੂੰ ਆਜ਼ਾਦੀ ਨਹੀਂ ਮਿਲੀ, ਸਿੱਖ ਕੌਮ ਹਾਲੇ ਗੁਲਾਮ ਹੈ, ਜਾਂ ਫਿਰ ਉਸ ਤੋਂ ਬਾਅਦ SGPC ਜਾਂ ਜਥੇਦਾਰ ਅਕਾਲ ਤਖਤ ਸਾਹਿਬ ਦੀ ਸਟੇਟਮੈਂਟ ਦੀ ਗੱਲ ਕਰ ਲਈਏ। ਬੀਤੇ ਦਿਨੀ SGPC ਨੇ ਜਿਹੜੇ ਹੁਣ ਅੰਮ੍ਰਿਤਪਾਲ ਵਾਲੇ ਮੁੱਦੇ ਤੋਂ ਬਾਅਦ ਨੌਜਵਾਨ ਸਿੱਖ ਬੱਚੇ ਜਿਨ੍ਹਾਂ ਦੇ ਉੱਤੇ ਕੋਈ ਕੇਸ ਨਹੀਂ ਬਣਦਾ, ਵੱਡੀਆਂ ਧਾਰਾਵਾਂ ਲਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਧੱਕ ਦਿੱਤਾ ਆ, ਉਹਨਾਂ ਦੇ ਖਿਲਾਫ ਜਿਹੜਾ ਸੀਗਾ ਉਹ ਪ੍ਰੋਟੈਸਟ ਜਾਰੀ ਹੈ, ਕੀਤਾ ਵੀ ਗਿਆ। ਕੱਲ੍ਹ ਰੋਸ ਮਾਰਚ ਬਾਜ਼ਾਰਾਂ ਦੇ ਵਿੱਚ ਸੜਕਾਂ ਦੇ ਉੱਤੇ SGPC ਮੈਂਬਰ ਆਏ ਨੇ। ਜਥੇਦਾਰ ਅਕਾਲ ਤਖਤ ਸਾਹਿਬ ਨੇ ਵੀ ਇਹ ਮੁੱਦਾ ਚੁੱਕਿਆ ਸੀਗਾ ਕਿ ਸਰਕਾਰ ਜਿਹੜੀ ਆ, ਕਿਉਂਕਿ ਜਿਸ ਦਿਨ ਇਕੱਤਰਤਾ ਬੁਲਾਈ ਗਈ ਆ ਅਕਾਲ ਤਖਤ ਸਾਹਿਬ ਦੇ ਉੱਤੇ, ਉਸ ਦਿਨ ਉਹਨਾਂ ਨੇ ਐਲਾਨ ਕੀਤਾ ਸੀਗਾ ਕਿ 24 ਘੰਟਿਆਂ ਦੇ ਵਿੱਚ ਸਰਕਾਰ ਜਿਹੜੀ ਆ ਉਹਨਾਂ ਨੌਜਵਾਨਾਂ ਨੂੰ ਰਿਹਾ ਕਰੇ ਜਿਨ੍ਹਾਂ ਦਾ ਕਸੂਰ ਹੀ ਕੋਈ ਨਹੀਂ। ਔਰ ਇੱਥੇ ਇੱਕ ਗੱਲ ਕਹਿਣੀ ਬਣਦੀ ਹੈ ਕਿ ਅੰਮ੍ਰਿਤਪਾਲ ਦੇ ਨਾਲ ਕਿਉਂਕਿ ਸਿੱਖੀ ਨੂੰ ਪਿਆਰ ਕਰਨ ਵਾਲੇ ਬਹੁਤ ਸਾਰੇ ਭਾਵਕ ਨੌਜਵਾਨ ਵੀ ਜੁੜ ਗਏ ਆ। ਠੀਕ ਆ, ਕੁਛ ਇਹੋ ਜਿਹੇ ਨੌਜਵਾਨ ਵੀ ਜੁੜੇ ਜਿਹੜੇ ਨਸ਼ਾ ਛੱਡਣ ਦੇ ਮਾਰੇ ਜੁੜੇ ਆ, ਕੁਛ ਇਹੋ ਜਿਹੇ ਵੀ ਜੁੜੇ ਆ ਜਿਨ੍ਹਾਂ ਬਾਰੇ ਹੁਣ ਸੋਸ਼ਲ ਮੀਡੀਆ 'ਤੇ ਚਰਚਾ ਆ ਕਿ ਉਹਨਾਂ ਦਾ ਨਾ ਸਿੱਖੀ ਨਾਲ ਕੋਈ ਲੈਣ ਦੇਣ ਸੀਗਾ, ਨਾ ਉਹਨਾਂ ਦਾ ਕੋਈ ਨਸ਼ਿਆਂ ਨਾਲ ਲੈਣ ਦੇਣ ਸੀਗਾ, ਉਹ ਪਤਾ ਨਹੀਂ ਕਿਉਂ ਜੁੜ ਗਏ ਆ। ਔਰ ਕਈ ਵਾਰੀ ਇਹ ਹੁੰਦਾ ਕਿ ਜਦੋਂ ਕੋਈ ਵੀ ਮੂਵਮੈਂਟ ਚੱਲਦੀ ਹੈ
ਉਹਨੂੰ ਫੇਲ ਕਰਨ ਵਾਲੇ ਸਾਜ਼ਿਸ਼ਕਰਤਾ ਵੀ ਵਿੱਚ ਹੀ ਰਲ ਜਾਂਦੇ ਹੁੰਦੇ ਆ ਵੀ ਵੇਖੋ ਗਤੀਵਿਧੀਆਂ ਕੀ ਜਿਹੜੀਆਂ ਆ ਇਹ ਕਰਦੇ ਪਏ ਆ। ਔਰ ਕਈ ਵਾਰੀ ਸਰਕਾਰਾਂ ਨੇ ਜਿਹੜੇ ਹੁਣ ਤੱਕ ਪਹਿਲੇ ਮਿਸ਼ਨ ਫੇਲ ਕੀਤੇ ਆ ਉਹਨਾਂ ਵਿੱਚ ਸੂਹੀਆਂ ਏਜੰਸੀਆਂ ਦੀ ਤੇ ਉਹਨਾਂ ਦੇ ਚਮਚੇ ਕੜਛੇ ਜਿਹੜੇ ਕਿ ਸਿੱਖੀ ਦੇ ਭੇਸ ਦੇ ਵਿੱਚ ਗਦਾਰੀ ਕਰਕੇ ਗਏ ਆ। ਔਰ ਇਹ ਖਾਲਸਾ ਰਾਜ ਦੇ ਵੇਲੇ ਤੋਂ ਵੀ ਇਹ ਹੁੰਦਾ ਆ, ਉਦੋਂ ਵੀ ਸਿੱਖੀ ਦੇ ਭੇਸ ਦੇ ਵਿੱਚ ਜਿਵੇਂ ਡੋਗਰੇ ਸਿੱਖ ਬਣ ਗਏ, ਉਹਨਾਂ ਨੇ ਸਿੱਖੀ ਦੀ ਪਿੱਠ ਵਿੱਚ ਛੁਰਾ ਮਾਰਿਆ ਤੇ ਖਾਲਸਾ ਰਾਜ ਨੂੰ ਤਬਾਹ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਤਾਂ ਇੱਥੇ ਵੀ ਆਪਾਂ ਗੱਲ ਕਰ ਲੈਂਦੇ ਹਾਂ ਕਿ ਇੱਥੇ ਵੀ ਹੁਣ ਬਹੁਤ ਸਾਰੀਆਂ ਚਿੰਤਾਵਾਂ ਜਿਹੜੀਆਂ ਸੀਗੀਆਂ ਇਸ ਨੂੰ ਲੈ ਕੇ ਹੀ ਕੀਤੀਆਂ ਜਾ ਰਹੀਆਂ ਸੀਗੀਆਂ ਕਿ ਹੁਣ ਸਿੱਖਾਂ ਦੇ ਨਾਲ ਇੱਕ ਵਾਰੀ ਫੇਰ ਧੱਕੇਸ਼ਾਹੀ ਹੋ ਰਹੀ। ਅੰਮ੍ਰਿਤਪਾਲ ਹੋਣੀ ਤਾਂ ਵਾਰ-ਵਾਰ ਕਹਿੰਦੇ ਸੀ, ਪਰ ਫਿਲਹਾਲ ਅੰਮ੍ਰਿਤਪਾਲ ਹਾਲੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ, ਉਹ ਫਰਾਰ ਨੇ। ਸਰਬੱਤ ਖਾਲਸਾ ਦੀ ਗੱਲ ਹੋ ਰਹੀ ਹੈ ਤੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕਿਹਾ ਗਿਆ ਆ। ਦੂਸਰੇ ਪਾਸੇ ਆਪ ਪਾਰਟੀ ਨੂੰ ਪਿਆਰ ਕਰਨ ਵਾਲੇ ਜਿਹੜੇ ਬਹੁਤ ਸਾਰੇ ਲੋਕ ਆ ਜਾਂ ਸੋਸ਼ਲ ਮੀਡੀਆ ਉੱਤੇ ਪੰਜਾਬ ਦੀ ਅਮਨ ਸ਼ਾਂਤੀ ਵਾਲੇ ਲੋਕ ਆ, ਉਹ ਕਹਿੰਦੇ ਜੀ ਇਹ ਸਾਰਾ ਕੁਝ ਤਾਂ ਅਕਾਲੀਆਂ ਦਾ ਹੀ ਕਰਾਇਆ ਧਰਿਆ ਆ, ਉਹਨਾਂ ਨੇ ਹੀ ਅੰਮ੍ਰਿਤਪਾਲ ਨੂੰ ਖੜਾ ਕੀਤਾ। ਵਿਚਲਾ ਮੁੱਦਾ ਤਾਂ ਸਿਰਫ ਇਹ ਆ ਕਿ ਅਕਾਲੀ ਪੰਜਾਬ ਦੀ ਸੱਤਾ ਦੇ ਉੱਤੇ ਕਿਸੇ ਤਰੀਕੇ ਵਾਪਸ ਮੁੜ ਤੋਂ ਛਾਉਣਾ ਚਾਹੁੰਦੇ ਆ, ਕਾਬਜ਼ ਹੋਣਾ ਚਾਹੁੰਦੇ ਆ। ਪਰ ਫਿਲਹਾਲ ਕਈ ਗੱਲਾਂ, ਕਈ ਬਾਤਾਂ, ਕਈ ਵਿਚਾਰ ਹੁੰਦੇ ਆ, ਵੱਖ-ਵੱਖ ਲੋਕ ਦੇਈ ਜਾਂਦੇ ਆ। ਫਿਲਹਾਲ ਤਾਂ ਹੁਣ ਦੇਖਣਾ ਹੀ ਹੋਊਗਾ ਕਿ ਜਥੇਦਾਰ ਅਕਾਲ ਤਖਤ ਸਾਹਿਬ ਅੰਮ੍ਰਿਤਪਾਲ ਸਿੰਘ ਦੇ ਸੱਦੇ ਦੇ ਉੱਤੇ ਸਰਬੱਤ ਖਾਲਸਾ ਬੁਲਾਉਂਦੇ ਆ ਜਾਂ ਨਹੀਂ। ਸੋ ਹੁਣ ਇਹ ਤਾਂ ਵਿਸਾਖੀ ਵਾਲੇ ਦਿਨ ਹੀ ਪਤਾ ਲੱਗੂਗਾ ਕਿ ਜਥੇਦਾਰ ਇਸ ਗੱਲ ਦੇ ਉੱਤੇ ਆਉਂਦੇ ਨੇ, ਸਰਬੱਤ ਖਾਲਸਾ ਸੱਦਿਆ ਜਾਊਗਾ, ਕਿਉਂਕਿ ਕਿਤੇ ਇੱਕ ਗੱਲ ਜਿਹੜੇ ਨਜਾਇਜ਼ ਨੌਜਵਾਨ ਫੜੇ ਹੋਏ ਨੇ ਉਹਨਾਂ ਦੀ ਵੀ ਆਉਂਦੀ ਆ, ਕਿਉਂਕਿ ਕੁਝ ਤਾਕਤਾਂ ਜਿਹੜੀਆਂ ਨੇ ਉਹ ਅੱਜ ਵੀ ਸਿੱਖਾਂ ਨੂੰ ਬਦਨਾਮ ਕਰਨ ਤੋਂ ਗੁਰੇਜ਼ ਨਹੀਂ ਕਰਦੀਆਂ। ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਉਸ ਦਿਨ ਕੀ ਬਣਦਾ ਆ। ਕੈਮਰਾ ਪਰਸਨ ਜਸ਼ਨਦੀਪ ਦੇ ਨਾਲ ਕਮਲਜੀਤ ਸਿੱਧੂ, 1 ਵੇ TV।